साडे मंत्री साहब बैठे खुडिया साहब, इन्हां दे पिता जी 1999 मैंबर पार्लीमेंट चुने गए थे, जयदा जगदेव सिंह खुडिया फरीदकोट तो। कुछ राजनीतिक इस तरह दी साजिशां होईयां कि कई दिनों बाद उन्होंने लाश मिली सतलुज चों। परिवार नूं बहुत वड्डा धक्का लग्या, बड़े साऊ शख्सियत सी ते करदे कराउंदे जी अज कुदरत ने एक पासा पलटिया ते अज झंडी वाली कार जिहड़ी है वो उस परिवार च आई है। पर मैनू पता लगे, मैनू हजे कल ही पता लगे कि इन्होंने अपने बापू वाली अंबैसडर कार रखी हुई है। ये कदे कदे दफ्तर दे अंबैसडर कार च भी आ जाते। सारिਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਗੱਲ ਕਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ, ਜਿੱਥੇ ਅਸੀਂ ਇਹਨਾਂ ਨੂੰ ਕਈ ਵਾਰੀ ਐਸੀਆਂ ਸਟੇਟਮੈਂਟਾਂ ਦਿੰਦੇ ਸੁਣਿਆ ਔਰ ਉਹ ਸਟੇਟਮੈਂਟਾਂ ਝੂਠੀਆਂ ਸਾਬਤ ਹੋਈਆਂ। ਉਹ ਸਾਰਿਆਂ ਨੇ ਉਹ ਸੁਣੀਆਂ ਵੀ, ਔਰ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਸੀਆਂ ਝੂਠੀਆਂ ਸਟੇਟਮੈਂਟਾਂ ਲੋਕਾਂ ਤੱਕ ਪਹੁੰਚਾਈਆਂ ਜਾਣ ਤੇ ਐਸੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਅਸੀਂ ਸੁਣਿਆ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਭਗਵੰਤ ਮਾਨ ਜੀ ਨੇ ਗੋਲਡੀ ਬਰਾੜ ਦੇ ਉੱਤੇ ਸਟੇਟਮੈਂਟਾਂ ਦਿੱਤੀਆਂ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਹੈ। ਇਹ ਗੁਜਰਾਤ ਦੇ ਵਿੱਚ ਬੈਠ ਕੇ ਉਹਨਾਂ ਨੇ ਇਹ ਗੱਲ ਕਹੀ ਸੀ, ਔਰ ਥੋੜੇ ਹੀ ਦਿਨ ਬਾਅਦ ਪਤਾ ਲੱਗਦਾ ਹੈ ਕਿ ਉਹ ਹਜੇ ਵੀ ਫਰਾਰ ਹੈ। ਔਰ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਬਹੁਤ ਜਲਦ ਪੰਜਾਬ ਲੈ ਕੇ ਆ ਰਹੇ ਹਾਂ, ਔਰ ਇਹ ਗੱਲ ਵੀ ਝੂਠੀ ਨਿਕਲੀ। ਫਿਰ ਉਸ ਤੋਂ ਬਾਅਦ BMW ਮੋਟਰ ਵਹੀਕਲਸ ਦੀ ਜਿਹੜੀ ਕੰਪਨੀ ਹੈ ਉਹਦੀ ਗੱਲ ਕੀਤੀ ਗਈ ਕਿ ਅਸੀਂ ਇਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਾਂਚ ਕਰਨ ਲਈ ਜਾ ਰਹੇ ਹਾਂ। ਪਰ ਉਸ ਤੋਂ ਬਾਅਦ BMW ਵੱਲੋਂ ਖੁਦ CEO ਵੱਲੋਂ ਇੱਕ ਪੋਸਟ ਕਰ ਦਿੱਤਾ ਗਿਆ ਕਿ ਸਾਡੇ ਨਾਲ ਹਜੇ ਪੰਜਾਬ ਗਵਰਨਮੈਂਟ ਦੇ ਨਾਲ ਐਸੀ ਕੋਈ ਵੀ ਡੀਲ ਨਹੀਂ ਹੋਈ। ਉੱਥੇ ਵੀ ਝੂਠੇ ਸਾਬਤ ਹੋ ਗਏ। ਔਰ ਕਈ ਐਸੀਆਂ ਸਟੇਟਮੈਂਟਾਂ ਹੋਰ ਵੀ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ, ਔਰ ਹੋਰ ਵੀ ਕਿੰਨਾ ਕੁਝ ਐਸਾ ਸੁਣਿਆ ਇਹਨਾਂ ਦੇ ਮੂੰਹੋਂ, ਜਿੱਥੇ ਅੱਜ ਸਾਫ਼ ਤੌਰ ਤੇ ਜ਼ਾਹਿਰ ਹੋਇਆ ਕਿ ਭਗਵੰਤ ਮਾਨ ਜੀ ਝੂਠੀਆਂ ਸਟੇਟਮੈਂਟਾਂ ਦੇਣ ਦੇ ਵਿੱਚ ਬਹੁਤ ਮਾਹਿਰ ਹੋ ਚੁੱਕੇ ਨੇ, ਔਰ ਲੋਕਾਂ ਨੂੰ ਸ਼ਾਇਦ ਗੁੰਮਰਾਹ ਕੀਤਾ ਜਾ ਰਿਹਾ ਇਹਨਾਂ ਸਟੇਟਮੈਂਟਾਂ ਤੋਂ। ਔਰ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਕੋਈ ਮਾਇਨੇ ਰੱਖਦੀ ਹੈ, ਲੋਕਾਂ ਤੱਕ ਮੈਸੇਜ ਪਹੁੰਚਾਉਂਦੀ ਹੈ, ਲੋਕ ਉਸ ਚੀਜ਼ ਨੂੰ ਫੋਲੋ ਕਰਦੇ ਨੇ। ਲੋਕਾਂ ਦੀ ਭਗਵੰਤ ਮਾਨ ਜੀ ਦੇ ਨਾਲ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਇੰਟੈਂਸ਼ਨਸ ਦੇ ਨਾਲ ਕਾਫੀ ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ, ਜਿੱਥੇ ਜਦੋਂ ਮੁੱਖ ਮੰਤਰੀ ਉਸ ਚੀਜ਼ ਤੇ ਖਰਾ ਨਾ ਉਤਰੇ ਤੇ ਸਮਾਜ ਦੇ ਵਿੱਚ ਮੈਸੇਜ ਕੋਈ ਚੰਗਾ ਨਹੀਂ ਜਾਂਦਾ। ਇਸੇ ਤਰ੍ਹਾਂ ਦੇ ਨਾਲ ਭਗਵੰਤ ਮਾਨ ਜੀ ਇੱਕ ਹੋਰ ਝੂਠ ਬੋਲਦੇ ਹੋਏ ਨਜ਼ਰ ਆਏ, ਜਿੱਥੇ ਅਸੀਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਰੀਸੈਂਟਲੀ ਉਹਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਜੀ ਬਾਰੇ ਗੱਲ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਹਜੇ ਵੀ ਆਪਣੇ ਪਿਤਾ ਜੀ ਦੀ ਅੰਬੈਸਡਰ ਕਾਰ ਨੂੰ ਲੈ ਕੇ ਦਫ਼ਤਰ ਆਉਂਦੇ ਨੇ। ਔਰ ਮੈਂ ਇਹ ਦੱਸਣਾ ਚਾਹਾਂਗੀ ਕਿ ਭਗਵੰਤ ਮਾਨ ਜੀ ਦੇ ਸਲਾਹਕਾਰ ਕੌਣ ਨੇ, ਕੌਣ ਇਹਨਾਂ ਨੂੰ ਐਸੀਆਂ ਇਨਫੋਰਮੇਸ਼ਨਾਂ ਦਿੰਦਾ ਕਿ ਇਹਨਾਂ ਨੂੰ ਬਾਅਦ ਵਿੱਚ ਯੂ ਟਰਨ ਲੈਣਾ ਪੈ ਸਕਦਾ, ਜਾਂ ਲਿਆ ਵੀ ਹੈਗਾ, ਆਲਰੇਡੀ ਅਸੀਂ ਸਰਕਾਰ ਨੂੰ ਦੇਖਿਆ ਵੀ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੀ ਗੱਲ ਕੀਤੀ, ਉਹਨਾਂ ਦੇ ਆਪਣੇ ਪੋਲਿਟਿਕਸ ਦੇ ਜੋ ਉਹਨਾਂ ਦਾ ਟਾਈਮ ਸੀਗਾ, ਸਿਆਸੀ ਸਮਾਂ ਸੀਗਾ, ਉਸ ਬਾਰੇ ਜੋ ਗੱਲ ਕੀਤੀ ਕਿ ਉਹਨਾਂ ਦੇ ਉਸ ਤੋਂ ਬਾਅਦ ਬੇਟੇ ਦੀ ਗੱਲ ਕੀਤੀ ਜਿਹੜੇ ਕਿ ਹੁਣ ਇਸ ਟਾਈਮ ਖੇਤੀਬਾੜੀ ਮੰਤਰੀ ਵੀ ਨੇ, ਉਹਨਾਂ ਦੇ ਬਾਰੇ ਦੱਸਿਆ ਗਿਆ ਕਿ ਹਜੇ ਵੀ ਆਪਣੇ ਪਿਤਾ ਜੀ ਦੀ ਅੰਬੈਸਡਰ ਕਾਰ ਲੈ ਕੇ ਆਉਂਦੇ ਨੇ। ਮੈਂ ਦੱਸਣਾ ਚਾਹਾਂਗੀ ਕਿ ਇਹ ਵੀ ਸਟੇਟਮੈਂਟ ਝੂਠੀ ਨਿਕਲੀ, ਔਰ ਇਸ ਸਟੇਟਮੈਂਟ ਦੇ ਪਿੱਛੇ ਝੂਠ ਬੋਲਣ ਦੀ ਵਜ੍ਹਾ ਕੀ ਸੀ, ਇਹ ਭਗਵੰਤ ਮਾਨ ਜੀ ਨੂੰ ਖੁਦ ਦੱਸਣਾ ਚਾਹੀਦਾ। ਔਰ ਮੇਰੇ ਖਿਆਲ ਦੇ ਵਿੱਚ ਅਗਰ ਗੁਰਮੀਤ ਸਿੰਘ ਖੁੱਡੀਆਂ ਜੀ ਜੇ ਮੈਨੂੰ ਸੁਣ ਰਹੇ ਹੋਣਗੇ ਤੇ ਸ਼ਾਇਦ ਉਹਨਾਂ ਨੂੰ ਵੀ ਲੱਗਿਆ ਹੋਏਗਾ ਕਿ ਸ਼ਾਇਦ ਉਹ ਮੀਡੀਆ ਦੇ ਸਾਹਮਣੇ ਬੋਲ ਤਾਂ ਨਾ ਪਾਉਣ, ਪਰ ਦਿਲ ਦੇ ਵਿੱਚ ਉਹਨਾਂ ਦੀ ਗੱਲ ਇਹ ਜ਼ਰੂਰ ਹੋਏਗੀ ਕਿ ਸ਼ਾਇਦ ਇਹ ਲੜਕੀ ਠੀਕ ਗੱਲ ਕਰ ਰਹੀ ਹੈ। ਮੈਂ ਦੱਸਣਾ ਚਾਹਾਂਗੀ ਕਿ ਉਹ ਅੰਬੈਸਡਰ ਕਾਰ ਉਹ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੀ ਨਹੀਂ ਹੈ, ਕਿਉਂਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ 1999 ਦੇ ਵਿੱਚ ਉਹਨਾਂ ਨੇ MP ਦੇ ਇਲੈਕਸ਼ਨਸ ਜਿੱਤੇ। ਹਜੇ ਉਹਨਾਂ ਨੇ ਕਸਮ ਖਾਣੀ ਸੀਗੀ ਉਹਨਾਂ ਦਾ ਇੱਕ ਦਿਨ ਪਹਿਲੇ ਹੀ, ਮੇਰੇ ਖਿਆਲ ਦੇ ਵਿੱਚ ਸਵੇਰ ਦੇ 3, 4 ਜਾਂ 5 ਵਜੇ ਹੋਣਗੇ, ਜਦੋਂ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ, ਉਹ ਦਰਵਾਜ਼ਾ ਖੋਲ੍ਹਣ ਲਈ ਗਏ ਸੀਗੇ ਤੇ ਉਹ ਉੱਥੋਂ ਲਾਪਤਾ ਹੋ ਗਏ। ਉਸ ਟਾਈਮ ਲੋਕਾਂ ਨੇ, ਪਿੰਡਾਂ ਦੇ ਲੋਕਾਂ ਨੇ ਸੋਚਿਆ ਸ਼ਾਇਦ ਸਵੇਰੇ ਉੱਠ ਕੇ ਗੁਰਦੁਆਰੇ ਦਾ ਮੱਥਾ ਟੇਕਣ ਗਏ ਨੇ। ਔਰ ਇਹ ਉਹੀ ਸ਼ਖਸ ਨੇ ਜਿਹੜੇ ਕਿ ਇੱਕ ਇਮਾਨਦਾਰੀ ਦੇ ਮਿਸਾਲ ਨੇ, ਲੋਕ ਉਹਨਾਂ ਦੀ ਅੱਜ ਵੀ ਇਮਾਨਦਾਰੀ ਦੀ ਮਿਸਾਲ ਦਿੰਦੇ ਨੇ, ਜਿਹੜੇ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਨੇ, ਔਰ ਉਹਨਾਂ ਦੀ ਇਮਾਨਦਾਰੀ ਦੀ ਲੋਕ ਅੱਜ ਵੀ ਤਾਰੀਫ ਕਰਦੇ ਨੇ। ਔਰ ਉਹੀ ਉਸ ਟਾਈਮ ਦਾ ਜੋ ਸਮਾਂ ਸੀ ਜਿਸ ਦਿਨ ਸਹੁੰ ਚੁੱਕਣੀ ਸੀਗੀ, ਉਸ ਤੋਂ ਇੱਕ ਦਿਨ ਪਹਿਲਾਂ ਹੀ ਉਹ ਪਿੰਡ ਦੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਉਹ ਉਹਨਾਂ ਨੂੰ ਗੁਰਦੁਆਰੇ ਮੱਥਾ ਟੇਕਣ ਗਏ ਨੇ।
ਕਈ ਦਿਨ ਤੱਕ ਉਹਨਾਂ ਦੀ ਭਾਲ ਕਰਨ ਤੋਂ ਬਾਅਦ 3 ਤੋਂ 4 ਦਿਨ ਉਹਨਾਂ ਦੀ ਲੋਕ ਉਹਨਾਂ ਨੂੰ ਲੱਭਦੇ ਰਹੇ, ਪਰ ਚੌਥੇ ਦਿਨ ਪਤਾ ਚੱਲਦਾ ਹੈ ਕਿ ਉਹਨਾਂ ਦੀ ਲਾਸ਼ ਜਿਹੜੀ ਹੈਗੀ ਹੈ ਇੱਕ ਸਰਹੰਦ ਦੀ ਨਹਿਰ ਦੇ ਵਿੱਚੋਂ ਲੱਭੀ ਹੈ। ਔਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਉਹ ਸਤਲੁਜ ਦੇ ਵਿੱਚੋਂ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਲਾਸ਼ ਜਿਹੜੀ ਲੱਭੀ, ਜਿਹੜੇ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆ ਜੀ ਸੀਗੇ। ਅਰੇ ਪਤਾ ਤੇ ਕਰ ਲਓ ਕਿ ਉਹਨਾਂ ਦਾ ਇਤਿਹਾਸ ਕੀ ਸੀਗਾ। ਜਿਸ ਵੇਲੇ ਸਿਆਸੀ ਆਪਣੇ ਟਾਈਮ ਤੇ ਜਥੇਦਾਰ ਜਗਦੇਵ ਸਿੰਘ ਖੁੱਡੀਆ ਜੀ ਕੰਮ ਕਰਦੇ ਸੀਗੇ, ਲੋਕ ਇਹਨਾਂ ਨੂੰ ਦੇਖਦੇ ਸੀ। ਲੋਕ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਸੀ ਕਿ ਇਹ ਤੇ ਬੱਸਾਂ 'ਚ ਜਾ ਜਾ ਕੇ ਜਿਹੜੇ ਸੀਗੇ ਆਪਣੇ ਕੰਮ ਕਰਦੇ ਸੀ। ਉਸ ਟਾਈਮ ਤੇ ਟਾਂਗਿਆਂ ਤੇ ਵੀ ਜਾ ਜਾ ਕੇ ਇਹਨਾਂ ਨੇ ਕੰਮ ਕੀਤੇ। ਉਹਨਾਂ ਨੂੰ ਅੰਬੈਸਡਰ ਕਾਰ ਤਾਂ ਮਿਲੀ ਹੀ ਨਹੀਂ। ਔਰ ਜਿਹੜੀ ਅੰਬੈਸਡਰ ਕਾਰ ਇਸ ਟਾਈਮ ਇਸ ਵੇਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਜੀ ਜਿਹੜੇ ਯੂਜ਼ ਕਰ ਰਹੇ ਨੇ, ਉਹ ਖੇਤੀਬਾੜੀ ਡਾਇਰੈਕਟਰ ਦੀ ਗੱਡੀ ਹੈਗੀ ਹੈ, ਜਿਹੜੀ ਕਿ 2010 ਮਾਡਲ ਹੈ। ਔਰ ਗੱਡੀ ਦਾ ਨੰਬਰ ਹੈ PB 3565L5969, that means PB65L5969। ਔਰ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇਹ ਉਹਨਾਂ ਦੀ ਗੱਡੀ ਸੀਗੀ, ਜਥੇਦਾਰ ਜਗਦੇਵ ਸਿੰਘ ਖੁੱਡੀਆ ਜੀ ਦੀ ਗੱਡੀ ਸੀਗੀ। ਉਸ ਟਾਈਮ ਤੇ ਗੱਡੀ ਉਹਨਾਂ ਨੂੰ ਮਿਲੀ ਵੀ ਨਹੀਂ ਸੀ, ਸਹੁੰ ਵੀ ਨਹੀਂ ਸੀ ਖਾਧੀ ਉਹਨਾਂ ਨੇ। ਸ਼੍ਰੋਮਣੀ ਅਕਾਲੀ ਦਲ ਤੇ ਵੱਲੋਂ ਉਹਨਾਂ ਨੇ, ਸਿਮਰਜੀਤ ਸਿੰਘ ਮਾਨ ਜੀ ਵੱਲੋਂ ਉਹਨਾਂ ਨੇ ਇਲੈਕਸ਼ਨ ਲੜਿਆ ਟਿਕਟ ਲੈ ਕੇ, ਔਰ ਉਸ ਵੇਲੇ ਭਾਈ ਸ਼ਮਿੰਦਰ ਸਿੰਘ ਜੀ ਨੂੰ ਉਹਨਾਂ ਨੇ ਆਪਣੇ ਹਲਕੇ ਤੋਂ ਹਰਾਇਆ। ਔਰ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਜਦੋਂ ਉਹਨਾਂ ਦੀ ਲਾਸ਼ ਬਰਾਮਦ ਹੋਈ ਉਹ ਸਰਹੰਦ ਦੀ ਨਹਿਰ ਚੋਂ ਮਿਲੀ, ਨਾ ਕਿ ਸਤਲੁਜ ਦੀ। ਮੇਰੇ ਖਿਆਲ ਦੇ ਵਿੱਚ ਮੀਡੀਆ ਵਾਲੇ ਸਭ ਇਸ ਚੀਜ਼ ਨੂੰ ਦੇਖਣਗੇ, ਸੁਣਨਗੇ ਔਰ ਪਹਿਚਾਨਣਗੇ। ਔਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਹੁਣ ਅੱਜ ਕੱਲ ਸਾਰੇ ਅਸੀਂ ਗੱਡੀਆਂ ਦਾ ਰਿਕਾਰਡ ਕਢਵਾ ਸਕਦੇ ਹਾਂ ਆਨਲਾਈਨ, ਕਿ ਕਿਆ ਇਸ ਰਿਕਾਰਡ ਦੇ ਪਿੱਛੇ ਜੋ ਹਿਸਟਰੀ ਹੈਗੀ ਹੈ ਉਹ ਗੱਡੀ ਹੈ ਕਿਸ ਦੀ ਹੈ। ਉਹ ਤੇ ਡਾਇਰੈਕਟਰ ਸਾਹਿਬ ਦੀ ਗੱਡੀ ਹੈ, ਜੋ ਖੇਤੀਬਾੜੀ ਡਾਇਰੈਕਟਰ ਨੇ, ਉਹਨਾਂ ਦੀ ਗੱਡੀ ਵੀ ਉਹ ਚਲਾ ਰਹੇ ਨੇ। ਤੇ ਇਸ ਪਿੱਛੇ ਜਿਹੜੇ ਕਿ ਆਪਣੇ ਇਤਿਹਾਸ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਇੱਕ ਹੋਣਹਾਰ ਵਿਅਕਤੀ ਔਰ ਇੱਕ ਇਮਾਨਦਾਰ ਵਿਅਕਤੀ ਦੀ ਇੱਕ ਮਿਸਾਲ ਬਣ ਕੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ, ਜਿਹੜੇ ਕਿ ਆਮ ਆਦਮੀ ਪਾਰਟੀ ਕਦੀ ਆਪਣੀ ਐਸੀ ਮਿਸਾਲ ਨਹੀਂ ਕਾਇਮ ਕਰ ਸਕਦੀ। ਅੱਜ ਉਹਨਾਂ ਦੀਆਂ ਐਗਜ਼ਾਮਪਲਾਂ ਦੇ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਹਿਸਟਰੀ ਨਹੀਂ ਪਤਾ। ਔਰ ਸਤਲੁਜ ਦੀ ਸਰਹੰਦ ਦੀ ਬਜਾਏ ਉਹ ਸਤਲੁਜ ਨਹਿਰ ਦੀ ਗੱਲ ਕਰ ਰਹੇ ਨੇ। ਨਹਿਰਾਂ ਦੀਆਂ ਵੰਡੋ ਵਡਾਈਆਂ ਦੀ ਗੱਲਾਂ ਤੁਸੀਂ ਕਰਦੇ ਹੋ, ਪਰ ਤੁਹਾਨੂੰ ਕਿਸੇ ਦੇ ਇਤਿਹਾਸ ਬਾਰੇ ਜੇ ਨਾ ਪਤਾ ਹੋਵੇ ਤੇ ਸ਼ਾਇਦ ਸਾਨੂੰ ਲੋਕਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਐਸੀਆਂ ਨਹੀਂ ਰੱਖਣੀਆਂ ਚਾਹੀਦੀਆਂ। ਔਰ ਜਿਹੜਾ ਇੱਕ ਖੁੱਡੀਆਂ ਪਿੰਡ ਹੈਗਾ, ਇਹ ਵੀ 2 ਭਾਗਾਂ 'ਚ ਵੰਡਿਆ ਗਿਆ। ਇੱਕ ਦਾ ਨਾਮ ਗੁਲਾਬ ਸਿੰਘ, ਖੁੱਡੀਆਂ ਗੁਲਾਬ ਸਿੰਘ, ਔਰ ਇੱਕ ਦਾ ਨਾਮ ਖੁੱਡੀਆਂ ਮਹਾਂ ਸਿੰਘ। ਔਰ ਜਿਹੜਾ ਕਿ ਖੁੱਡੀਆਂ ਗੁਲਾਬ ਸਿੰਘ ਦੇ ਪਿੰਡ ਤੋਂ ਨਾਲ ਦੀ ਨਿਕਲਦੀ ਸਰਹੰਦ ਨਹਿਰ ਦੇ ਵਿੱਚੋਂ, ਜਿਹੜੀ ਕਿ ਅਸੀਂ ਸਰਹੰਦ ਫੀਡਰ ਜਿਹਨੂੰ ਅਸੀਂ ਕਹਿੰਦੇ ਆ, ਉਸ ਨਹਿਰ ਦੇ ਵਿੱਚੋਂ ਜਥੇਦਾਰ ਜਗਦੇਵ ਸਿੰਘ ਜੀ ਦੀ, ਖੁੱਡੀਆਂ ਜੀ ਦੀ, ਉੱਥੋਂ ਲਾਸ਼ ਬਰਾਮਦ ਹੋਈ ਸੀ। ਸੋ ਕਿਰਪਾ ਕਰਕੇ ਭਗਵੰਤ ਮਾਨ ਜੀ ਥੋੜੀ ਜੀ ਹਿਸਟਰੀ ਪੜ੍ਹ ਲੈਣੀ ਚਾਹੀਦੀ ਹੈ, ਜਿਹੜੇ ਕਿ ਇਤਿਹਾਸ ਦੇ ਵਿੱਚ ਜਾਂ ਆਪਣੇ ਸਿਆਸੀ ਸਫ਼ਰ ਦੇ ਵਿੱਚ ਇੱਕ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ, ਜਿਨ੍ਹਾਂ ਨੂੰ ਅੱਜ ਵੀ ਲੋਕ ਉਹਨਾਂ ਦੀ ਇਮਾਨਦਾਰੀ ਦੀ ਮਿਸਾਲ ਲੋਕਾਂ ਤੱਕ ਪਹੁੰਚਦੀ ਹੈ ਜਾਂ ਉਹਨਾਂ ਦੀ ਗੱਲ ਕਰਦੀ ਹੈ। ਸਾਨੂੰ ਉਹਨਾਂ ਬਾਰੇ ਸਟੇਟਮੈਂਟਾਂ ਕਿੱਦਾਂ ਦੀਆਂ ਦੇਣੀਆਂ ਚਾਹੀਦੀਆਂ, ਇਹ 100 ਵਾਰੀ ਸੋਚ ਲੈਣਾ ਚਾਹੀਦਾ। ਔਰ ਮੈਂ ਕਹਿਣਾ ਚਾਹਾਂਗੀ ਕਿ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ, ਤੁਸੀਂ ਇੰਨੀ ਦੇਰ ਤੱਕ ਚੁੱਪ ਕਿਸ ਤਰ੍ਹਾਂ ਰਹੇ? ਤੁਹਾਡੇ ਪਰਿਵਾਰ ਦੇ ਇਤਿਹਾਸ ਬਾਰੇ ਜੋ ਗੱਲ ਕੀਤੀ ਗਈ, ਉਹਨੂੰ ਮੋੜ ਤੋੜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਔਰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਗਿਆ। ਤੁਸੀਂ ਇਹ ਬਰਦਾਸ਼ਤ ਕਿੱਦਾਂ ਕਰ ਲਿਆ? ਔਰ ਮੈਂ ਚਾਹਾਂਗੀ ਕਿ ਪਾਰਟੀਬਾਜ਼ੀ ਤੋਂ ਅਲੱਗ ਹੋ ਕੇ ਤੁਹਾਨੂੰ ਆਪਣੇ ਪਿਤਾ ਜੀ ਬਾਰੇ ਜੋ ਗੱਲ ਸਹੀ ਹੈ ਉਹ ਰੱਖਣੀ ਚਾਹੀਦੀ ਹੈ, ਔਰ ਜਿਨ੍ਹਾਂ ਦੀ ਮਿਸਾਲ, ਇਮਾਨਦਾਰੀ ਦੀ ਮਿਸਾਲ ਅੱਜ ਤੱਕ ਲੋਕ ਦਿੰਦੇ ਨੇ, ਉਹਨਾਂ ਨੂੰ ਕਾਇਮ ਰੱਖਣ ਵਾਸਤੇ ਜੋ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਚੰਗੇ ਤਰੀਕੇ ਨਾਲ ਦੱਸਿਆ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਟੇਟਮੈਂਟ ਦੇਣ ਤੋਂ ਪਹਿਲਾਂ 100 ਵਾਰੀ ਸੋਚਣ। ਬਹੁਤ ਬਹੁਤ ਧੰਨਵਾਦ।